ਉਹਦੇ ਵਿੱਚ ਦੋ ਤਰ੍ਹਾਂ ਦੇ ਕਰਮ ਮੰਨੇ ਆ। ਆਪਣੇ ਠੇਠ ਪੰਜਾਬੀ ਦੇ ਵਿੱਚ ਕੰਮ ਕਹਿੰਦੇ, ਆਮ ਕਰਮ ਵੀ ਕਹਿ ਦਿੰਦੇ ਆ, ਐਸੀ ਗੱਲ ਨਹੀਂ ਹੈ। ਪਰ ਇਹ ਕਰਮ ਜਿਹੜਾ ਉਹ ਹਿੰਦੀ ਜਾਂ ਪਹਿਲੀ ਭਾਸ਼ਾ ਦੇ ਵਿੱਚੋਂ ਇਸ ਤਰ੍ਹਾਂ ਸ਼ਬਦ ਆਇਆ, ਉਹ ਵਿਹਿਤ ਅਵਿਹਿਤ ਕਰਮ ਦੋ ਪ੍ਰਕਾਰ ਦਾ ਹੈ। ਇਹ ਹੈਗੇ ਵਿਦਿਆ ਦੇ ਲਫ਼ਜ਼ ਅਸਫਾਰਾ ਸਮਝਣ ਵਾਸਤੇ ਮਾੜੇ ਤੇ ਚੰਗੇ ਕਰਮ। ਜਿਹੜੇ ਚੰਗੇ ਕਰਮ ਨੇ, ਜਿਹੜੇ ਨਹੀਂ ਕਰਨੇ ਯੋਗ, ਜਿਸ ਨੂੰ ਵੇਦ ਸ਼ਾਸਤਰ ਜਾਂ ਰਿਸ਼ੀ ਮੁਨੀ ਜਾਂ ਰੱਬ ਕਹਿੰਦਾ ਹੈ, ਉਹਨਾਂ ਦੇ ਦੁਆਰੇ ਕਹਿੰਦਾ ਹੈ, ਉਹ ਮਾੜੇ ਕਰਮ ਹੈ, ਉਹ ਨਾ ਕਰਿਓ ਤੇ ਸਾਨੂੰ ਦੁੱਖ ਹੋਊਗਾ। ਤੇ ਪਰਮੇਸ਼ਰ ਦੀ ਮਾਇਆ ਹੈ ਸਾਡੇ ਅੰਦਰ, ਉਹਦਾ ਅਸਲੀ ਨਾਮ ਜਾਂ ਨਾਂ ਚਾਨਣ ਹੋਣ ਕਰਕੇ ਸਾਨੂੰ ਗਿਆਨ ਨਹੀਂ ਹੈ, ਭਰਮ ਪਿਆ ਹੋਇਆ ਹੈ ਤੇ ਅਸੀਂ ਇਹਨਾਂ ਦੇ ਵਿੱਚ ਹੀ, ਮਾਇਆ ਦੇ ਵਿੱਚ ਹੀ ਸੁਖ ਮੰਨਦੇ ਹਾਂ। ਮਾਇਆ ਦੇ ਕਾਰਜ ਦੇ ਵਿੱਚ ਸੁਖ ਮੰਨਦੇ ਹਾਂ, ਪਦਾਰਥਾਂ ਦੇ ਵਿੱਚ ਸੁਖ ਮੰਨਦੇ ਹਾਂ। ਇਸੇ ਕਰਕੇ ਫਿਰ ਜਾਂ ਸਾਡਾ ਸਤਿਕਾਰ ਹੋਵੇ, ਦੋ ਚੀਜ਼ਾਂ ਨੇ ਦੁਨੀਆ 'ਚ, ਇਹ ਪਦਾਰਥਾਂ ਦਾ ਸੁਖ ਤੇ ਪਦਵੀ ਦਾ ਸੁਖ। ਸਾਰਿਆਂ ਤੋਂ ਵੱਡੀ ਪਦਵੀ ਮੇਰੇ ਕੋਲ ਹੋਵੇ। ਪਹਿਲਾਂ ਤਾਂ ਸੂਬਿਆਂ ਦੇ ਵਿੱਚ ਮੁੱਖ ਮੰਤਰੀ ਮੈਂ ਹੋਵਾਂ, ਨਹੀਂ ਤਾਂ ਫਿਰ ਪ੍ਰਧਾਨ ਮੰਤਰੀ ਹੋਵਾਂ, ਨਹੀਂ ਤਾਂ ਸਾਰਾ ਜਿਵੇਂ ਅਮਰੀਕਾ ਦੇ ਵਿੱਚ ਹੋਰ ਵੱਡਿਆਂ ਤੋਂ ਵੱਡਾ ਹੋਵਾਂ। ਇਹ ਤਾਂ ਇੰਨੀ ਸਾਨੂੰ ਸਮਝ ਹੈ। ਤੇ ਅੱਗੇ ਜਿਹਨਾਂ ਨੂੰ ਸ਼ਾਸਤਰਾਂ ਅਨੁਸਾਰ ਉਹ ਕਹਿੰਦਾ ਮੈਂ ਇੰਦਰ ਦੇਵਤਾ ਬਣ ਜਾ, ਜਾਂ ਹਿੰਦੂ ਮਤ ਦੇ ਅਨੁਸਾਰ ਵਿਸ਼ਨੂੰ ਬਣ ਜਾ, ਹੋਰ ਬਣ ਜਾ, ਆਹ ਹੋ ਜਾ। ਤੇ ਪਰਮੇਸ਼ਰ ਕਹਿੰਦਾ ਵੀ ਤੂੰ ਇਹ ਛੋਟੇ ਛੋਟੇ ਦਰਜੇ ਨਾ ਕਰ ਤੇ ਤੂੰ ਰੱਬ ਹੀ ਬਣ ਜਾ। ਬਣਾਇਆ ਤਾਂ ਮੈਂ ਹੀ ਹੈ ਤੈਨੂੰ, ਤੇ ਮੈਂ ਹੀ ਤੈਨੂੰ ਦੱਸ ਰਿਹਾ ਵੀ ਇਸ ਤਰ੍ਹਾਂ ਤੂੰ ਫੇਰ ਮੇਰੀ ਪਦਵੀ ਤੇ ਆ ਜਾਏਗਾ ਇਸ ਤਖਤ ਦੇ ਉੱਤੇ। ਤੇ ਹੁਣ ਤਾਂ ਤੂੰ ਹੈ, ਫਿਰ ਮੈਂ ਤੇਰਾ ਦਾਸ ਹੋਊਗਾ। ਇਹੋ ਗੱਡੀ ਸੇਵਾ ਕਰਦਾ ਵਾਹਿਗੁਰੂ, ਸੇਵਾ ਹੁਣ ਵੀ ਕਰੀ ਜਾਂਦਾ ਹੈ। ਕਿ ਭਗਤਾਂ ਦੀ ਉਹਨਾਂ ਦਾ ਫਿਰ ਸੇਵਾ, ਜਿਵੇਂ ਧੰਨੇ ਦੀ ਸੇਵਾ ਕੀਤੀ ਨਾ, ਕਹਿੰਦੇ ਆਹ ਵੀ ਕੰਮ ਕਰ, ਉਹ ਵੀ ਕੰਮ ਕਰ, ਤੇਰੇ ਕੋਲ ਕੀ ਹੈ? ਕਹਿੰਦੇ ਲਓ ਜੀ ਸਭ ਕੁਛ ਕਰਨਾ ਜਿੰਨੇ ਕਹੋ ਕੰਮ। ਫਿਰ ਜਿਨ੍ਹਾਂ ਦੀ ਕੋਈ ਵੀ ਸੇਵਾ ਨਹੀਂ, ਕੋਈ ਰੱਖਿਆ ਕਰ ਨਹੀਂ ਸਕਦੇ, ਸੂਰਦਾਸ ਵਰਗਿਆਂ ਦੀ, ਉਹਨਾਂ ਦੀ ਸੇਵਾ ਮਲ ਮੂਤਰ ਦੀ। ਇਸ ਕਰਕੇ ਉਹਦੀ ਉਪਮਾ ਉਸੇ ਨੂੰ ਬਣਾਉਂਦੀ ਹੈ। ਤੇ ਹੈ ਉਸਦੀ ਇਹ ਖੇਲ ਜਿਹੜੀ ਸਾਰੀ ਹੈ, ਉਹ ਵਾਹਿਗੁਰੂ ਪਰਮੇਸ਼ਰ ਹੀ ਕਹਿ ਰਿਹਾ, ਜੋ ਵਾਹਿਗੁਰੂ ਦੇ ਹੁਕਮ ਹੈ ਕੰਮ ਕਰਨ ਵਾਸਤੇ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦਾ ਵੀ ਵਾਹਿਗੁਰੂ ਦਾ ਹੁਕਮ ਕੀ ਹੈ, ਕਿਹੜੇ ਕੰਮ ਕਰਨ ਦੇ ਵਾਸਤੇ, ਕਿਹੜੇ ਨਹੀਂ ਕਰਨੇ। ਉਹਨਾਂ ਦੇ ਵਿਹਿਤ ਕਰਮ ਜਿਹੜੇ ਨਿਤ ਨਿਮਿਤ ਕਾਮਕ ਤੇ ਪ੍ਰਾਸ਼ਚਿਤ, ਇਹਨਾਂ ਦੁਆਰਾ ਵੀ ਉਹ ਮੁਕਤੀ ਮੰਨਦੇ ਹੈ। ਉਹਨਾਂ ਦੀ ਮੁਕਤੀ ਅਨੀਸ਼ਰਵਾਦੀ। ਸਾਨੂੰ ਇਹ ਗੁਰੂ ਕੀ ਸਿੱਖਿਆ ਦੇ ਵਿੱਚ ਵੀ ਕੱਤਕ ਦਾ ਮਹੀਨਾ ਚੜਿਆ, ਸਾਨੂੰ ਕਿਹੜੇ ਕੰਮ ਕਰਨੇ ਚਾਹੀਦੇ। ਗੁਰੂ ਨਾਨਕ ਸਾਹਿਬ ਜੀ ਦੇ ਪਾਸ ਆ ਗਏ, ਉਸ ਵੇਲੇ ਦੇ ਇੱਕ ਹਿੰਦੂਆਂ ਦੇ ਵਿੱਚੋਂ ਮੁਖੀ ਤੇ ਇੱਕ ਮੁਸਲਮਾਨਾਂ ਦੇ ਵਿੱਚੋਂ, ਕਿ ਸਾਡੇ ਕੀ ਸਿੱਖਿਆ ਹੈ ਜੀ, ਸਾਡੇ ਮਤ ਦੇ ਵਿੱਚ ਐਸੀ ਵਿਚਾਰ ਹੈ, ਐਸੇ ਕਰਨੇ ਚਾਹੀਦੇ ਹੈ, ਤੇ ਸਾਡੇ ਕੀ ਹੈ। ਉਹਨਾਂ ਦਾ ਮਤਲਬ ਸੀ ਪੰਡਤਾਂ ਦਾ, ਬ੍ਰਾਹਮਣਾਂ ਦਾ, ਵੀ ਤੁਸੀਂ ਕੰਮ ਕਰੋ, ਪੁੰਨਦਾਨ ਕਰੋ, ਗੀਤਾ ਪੜ੍ਹੋ ਜਾਂ ਹੋਰ ਚੀਜ਼ ਹੈ, ਇਹ ਕਰਾ ਦਿਆ ਕਰੋ। ਤੇ ਇਹਦੇ ਵਿੱਚ ਕੋਈ ਇਤਨਾ ਨਹੀਂ ਹੈ, ਜਿਸ ਤਰ੍ਹਾਂ ਨੇ ਮਰਜ਼ੀ ਕਰ ਲਿਆ ਤੇ ਵਿੱਚੋਂ ਪੁੰਨਦਾਨ ਕਰ ਦਿੱਤਾ ਤੇ ਰਹਿ ਗਏ। ਤੇ ਮੁਸਲਮਾਨਾਂ ਦਾ ਵੀ ਇਸੇ ਤਰ੍ਹਾਂ ਹੀ ਹੈ ਕਿ ਉਹਦੇ ਵਿੱਚੋਂ ਕਿ ਜਿਹੜੀ ਹਲਾਲ ਜਿਹੜੀ ਚੀਜ਼ ਹੈ ਉਹ ਤੁਸੀਂ ਯੋਗ ਚੀਜ਼ ਹੈ ਉਹ ਕਰੋ। ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਤੁਹਾਡਾ ਕੀ ਹੈ, ਤੁਹਾਡਾ ਹੈ, ਤੁਹਾਡਾ ਕੀ ਮਤ ਹੈ ਜੀ। ਹੱਕ ਪਰਾਇਆ ਨਾਨਕਾ ਉਸ ਗੁਰੂ ਸਿਆਏ, ਗੁਰਪੀਰ ਹਾਮਾ ਤਾਂ ਪਰੇ ਜਮ ਉਦਾਰ ਨ ਖਾਏ, ਮਰਨ ਪਾਏ ਹਰਾਮ में होए हलाल न जाए।
गली पिसने जाइए छुट्टा सच कमाए, ये नहीं गल्लां नाल नहीं है, यह होर चीज है। ये भी पुनदान भी जिस तरह की मर्जी माया इकट्ठी कर लो, उस अपना अपने धर्म के अनुसार कोई पाठ करा लो, गीता के पाठ करा लो, या सिख जेडे ने वो श्री गुरु ग्रंथ साहब ने पाठ करा लो, फिर बस वादा ठीक है, हो गया, कर जाओगे तुम। उधर गुरु नानक साहब महाराज जी ने श्री आसा जी की वार दे वो ऐन खोल के विचारां दसिया हुई कर्मां दे बारे भी इस तरीके दे नाल नहीं। मानस खाने करे निवार, तिनकर ब्राह्मण पूरे नाल, उन्हां को आवे ओही साथ, कूड़ी रास कूड़ा व्यापार, कूड़ बोल करे हार, शर्म धर्म का डेरा दूर नानी कूद रहा। अगे सारे निशान है धर्म दे, अपने भी चिन्ह है, मत्था टिका तेल धोती दिखाई, अब श्री जगत का साई, नील वस्त्र पैर होवे कुर्बान, नीले वस्त्र नहीं पहन लेंदे। जो मुसलमानों की हुकूमत सी ना, नीला कोई नहीं सी पहन सकता, घोड़े ते नहीं चढ़ सकता सी। तो गुरु महाराज ने कहा तुसी नीले भी पहनो, उन्होंने चिड़ भी साडा मुकाबला करते हैं, फिर जंग युद्ध शुरू हो गया। पर धर्म की असली किरत है, वो जी दसौंद है, भाव ने भगत पाए कौडी अगर भाव रखे, ताही गुरु सर्ब निधान दान देत है। होर नहीं भी तुम बहुते या भाई एको ही अपने सिख धर्म के बहुते पाठ तुम कराओ, 100 पाठ कराओ, 1000 पाठ कराओ, विधि उसकी कोई नहीं, करने वाले रहत वाले नहीं है कि हाँ इन्ने पाठ हो गए, आ हो गए, वो प्रमाण हो गया। तो निदान जा होर चीज है। गुरपीर है माता पड़े जा मुर्दार न खाए, मान पाए हराम में, हराम चीज होवे योग कठी की माया ते ओदे विच मुसलमान नूं कहंदे है काली साहब जी तुसीं दसो भी जिहड़ा तुहाडे मत अनुसार हराम तुसीं भी हलाल कीता होवे, 2.5 छड़ियां फेर के बकरे नूं मारो, नाल कलमा पढ़ो ते इधर अपने हैगा भी चंडी का पाठ करके झटका दो, फिर उसके चंगे तुसीं मसाले मसूले पा लो, मारन नाम है मसालियां दा, चंगा घ्यो घू पा लो, स्वादी बना लो, भी वो हलाल हो जाऊगा। कहते नहीं हो सकता है जब तक कलमा ना पढ़िया जाए। इस करके जो सारे गुरुआ का गुरु है, पीरां नूं भी बनाने वाला है, हिंदुओं के गुरुआ भी बनाने वाला, गुरुआ का गुरु महान गुरु कोई ओदी सिक्ख्या है, वो साड़ी हामी नहीं करूगा, वह उल्टा सानू दंड देगा। कथित कर्म कमाने फिर उसका दुनिया के भटकते फिरोगे। ये है धर्म की गल। धर्म के जोड़ा है कर्म धर्म पाखंड जो दिशा तन जम जागा की लुट है, निर्वाण कीर्तन गावो कर, निर्वाण बाण नाम सुहा अपनी मर्जियां छड़ के गुरु की सिक्ख्या अनुसार परमेश्वर का कीर्तन जाप करो, जस करो, जपजी साहब पढ़ो, वहां थोड़ी धर्म की किरत करो, वो प्रवान उसके फिर हमें छड्डनी। वाहिगुरु ने शरीर दिता तू ही करवा रहे हैं, ऐसे शब्द जेड़े कतल कर्म कुमावने दोष न काहू जोग, जे अपनी मर्जी करोगे तुसी गुरु की सुख्या अनुसार नहीं कम करोगे। जिस तरह उतारे जो अंतर नाम सर्व में पेखे भगवान, निमुख निमुख ठाकुर नमस्कार है, नानक तिस स्पर्श को उन नमस्कार है। मिथ्या नाही रसना परस, कहते शू नेड़े नहीं होना जी, असी बहुत मांझा मजाई है। और देखो कि नेड़े देख के चौंका कड्डी कारो कुड़ाए बैठे कूड़ियार, ते ओ मिथ्या नाही रसना परस, मन में पीत निरंजन दस की रसना नाल झूठ नहीं कदे बोलना।
ਤਾਂ ਕੋਈ ਪਰ ਤ੍ਰੇ ਰੂਪ ਨੇ ਪੇਖੇ ਨੇਤਰ। ਭਰਾ ਮਾਈ ਭਾਈ ਨੂੰ ਆਪਣੇ ਉਸ ਦ੍ਰਿਸ਼ਟੀ ਵਿਕਾਰ ਦ੍ਰਿਸ਼ਟੀ ਦੇ ਨਾਲ ਨਾ ਦੇਖੇ। ਹਾਂ ਪਤਨੀ ਪ੍ਰਾਪਤ ਹੋਈ ਹੈ, ਪਤਨੀ ਨੂੰ ਪਤੀ ਪ੍ਰਾਪਤ ਹੋਇਆ ਹੈ, ਉਹ ਸੰਸਾਰ ਵਰਤੋ ਉਸ ਨੇ ਫੇਰ ਤਾਂ ਉਧਾਰੀ ਹੈ, ਨਾਲੇ ਰੋਗਾਂ ਤੋਂ ਬਚ ਜਾਓਗੇ, ਸੋਗਾਂ ਤੋਂ ਵੀ ਬਚ ਜਾਓਗੇ। ਉਹ ਵਾਹਿਗੁਰੂ ਪਰਮੇਸ਼ਰ ਪਰ ਉਸ ਜਿੰਨੀ ਕੁ ਵਾਹਿਗੁਰੂ ਨੇ ਜਿੰਨੀਆਂ ਹੋਰ ਚੀਜ਼ਾਂ ਉਦਮ ਕਰਿਆ ਅਨੇਕ, ਹਰ ਨਾਮ ਨਾ ਗਾਵੀ, ਕੁਛ ਉਦਮ ਕਰਨ ਵਾਸਤੇ ਵੀ ਕਿਹਾ ਹੈ ਨਾ। ਪਰਮੇ ਜੋ ਨੇ ਸੰਖ ਮਰ ਜਨਮੇ ਆਵੇ, ਬੁਰਾ ਜੁਨਾ ਨੇ ਪਸ਼ੂ ਪੰਖੀ ਸੈਲ ਤਰਬਰ ਗੰਤ ਕਛੂ ਨਾ ਆਵੇ। बीज बोवस भोग भोगे किया अपना पावे, रतन जन्म हारंत जुए प्रभु आप न पावे। विनवंत नानक परमे परमाए खिन एक टिकन न पावे। वो तो परमना वखरा ही है, पशुआनी जूना च के होर चीज है। हुण जे मन नूं नहीं ना टिकाउंदे या इधर उधर या होर ते शब्द या ओहदे बाणी ते चंगा कर्म नहीं करते शरीर दे नाल अपनी किरत ते फिर ओही होगा। कतक कर्म कमावने दोष न काहू जो, परमेश्वर ते भुलिया व्यापन सभे लोग। परमेश्वर नूं भी उस तों भुलने करके उसकी की परमेश्वर की कहता है, वो सिक्ख्या नहीं भुल गए। ਜਿਹੜਾ ਉਹੀ ਪਰਮੇਸ਼ਰ ਨੂੰ ਭੁੱਲ ਗਿਆ ਵੀ ਹੈ ਕਿ ਨਹੀਂ, ਉਹਨੂੰ ਸਿੱਖਿਆ ਦੀ ਵੀ ਕੀ ਲੋੜ ਹੈ। ਸਿੱਖਿਆ ਨੂੰ ਤਾਂ ਉਹੀ ਕਮਾਊਗਾ ਜਿਹਨੂੰ ਕੁਛ ਅੰਦਰ ਵੀ ਪਰਮੇਸ਼ਰ ਨੂੰ ਮਿਲੀਏ। ਤੇ ਜਾਂ ਆਪਣਾ ਅਸਥਾਨਾਂ ਤੇ ਹੀ ਰਹਿ ਕੇ ਵੀ ਭਾਈ ਆਪਣਾ ਪਦਵੀ ਸਿੱਧ ਕਰੋ ਤੇ ਆਪਣੇ ਖਾਣ ਪੀਣ ਦੀਆਂ ਦੀ ਮਾਇਆ ਇਕੱਠੀ ਕਰੋ। ਉਹਨਾਂ ਨੂੰ ਕੀ ਲੋੜ ਹੈ, ਉਹਨਾਂ ਨੇ ਤਾਂ ਉਸ ਨਾਲ ਨੇ ਤਾਂ ਉਹਨਾਂ ਨੂੰ ਤਖਤਾਂ ਨੂੰ ਵੀ ਦੂਜਿਆਂ ਨੂੰ ਵੀ ਬਾਣੀ ਨੂੰ ਉਹਨਾਂ ਨੇ ਆਪਣੇ ਪੱਖ ਤੇ ਹੀ ਵਰਤਣਾ ਹੈ। ਕਤਕ ਕਰਮ ਕਮਾਵਨੇ ਦੋਸ਼ ਨਾ ਕਾਹੂ ਜੋ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋ। ਇਹ ਪਰਮੇਸ਼ਰ ਦੀ ਜਦੋਂ ਸਿੱਖਿਆ ਤੋਂ ਭੁੱਲ ਗਏ ਤੇ ਸਾਰੇ ਹੀ ਰੋਗ ਜਿਹੜੇ ਸੀ ਉਹ ਵਿਆਪ ਗਏ। ਚਲੋ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਬੇਮੁਖ ਹੋਏ, ਬੇਮੁਖ ਹੋਣਾ ਸਨਮੁਖ ਹੋਣਾ, ਸਿੱਖਿਆ ਨੂੰ ਮੰਨਣ ਵਾਲਾ ਸਨਮੁਖ ਸਿੱਖ ਹੈ। ਉਹਦੇ ਸਾਹਮਣੇ ਮੁਖ ਕਰਕੇ ਮੰਨਣ ਵਿੱਚ ਉਹਦੀ ਸਿੱਖਿਆ ਨੂੰ ਲੈਣਾ, ਬੇਮੁਖ ਉਹਦੀ ਸਿੱਖਿਆ ਨੂੰ ਮੰਨਣਾ। ਬੇਮੁਖ ਹੋਏ ਰਾਮ ਤੇ, ਜਦੋਂ ਉਹਦੀ ਸਿੱਖਿਆ ਤੋਂ ਨਾ ਮੰਨਣ ਵਾਲੇ ਹੋ ਗਏ ਤੇ ਲਗਨ ਜਨਮ ਵਿਜੋਗ, ਫਿਰ ਵਿਛੋੜਾ ਹੋ ਗਿਆ ਪਰਮੇਸ਼ਰ ਵੱਲੋਂ, दूर चले गए, मन दूर चले गया। उसका रूप रेट रंग वैसे व्यापक ही है, पर मन की श्रद्धा और कमाई के नाल प्रगट होएगा। लगन जन्म विजोग, फिर होर जन्मां में चले गए, इन्ना विछोड़ा हो गया। फिर होर देहां धारियां, फिर जन्मां जन्मां दे विच ही पिया। फिरत फिरत बहुत युग हारे हो, ये युगां दी 43,20,000 एक चौंकड़ी की उम्र है ते 84 लाख जुंड है। 42 लाख जी जन्मे होते बीठल बहला काए करो। 42 लाख प्रकार की जून पानी विच है, 42 लाख प्रकार की खुश्क छावां विच है। गुरबाणी के प्रमाण अनुसार कहने दिखाओ या होर चीज है कि कोई भाई सुनिया दूसरे देशों में बहुत खोज करने की स्वभाव है, वो लगे भी हुए ने, कोई जंगलों में लगे, कोई समुद्रों के लगे कि किहड़े जीव ने। आप सुनिया टेलीविजन से होर से बहुत कुछ आउंदा है, वक्खो वखरे है। लगन जन्म विजोग, विछोड़ा हो गया तो विछोड़े करके भाई जन्मां दे विच ही फिरी तुरी चलो। नानक कहत मिलन की बरिया सिमरत कहाँ है। ये सिमरन क्यों नहीं कर रहा? वाहिगुरु परमेश्वर का चेते कर, होर फुरनियां दे विच जाना पैना, फुरने ही उठते है। देखण दे नाल भी सुनन दे नाल भी ते इन्हां ते कंट्रोल करके ते सिक्ख्या दे अनुसार चलिए।
ਤੇ ਸੁਭਾਲਾ ਕੰਮ ਇਹ ਹੈ ਕਿ ਜਿਹੜੇ ਗੁਰਮੁਖ ਉਹ ਸਿੱਖਿਆ ਤੇ ਚੱਲਣ ਵਾਲੇ ਹੋਣ ਤੇ ਉਹਨੂੰ ਤੇ ਉਹ ਸਿੱਖਿਆ ਅਨੁਸਾਰ ਕਰਮ ਕਰਨ ਵਾਲੇ ਹੋਣ। ਸਾਧ ਨਾਮ ਨਿਰਮਲ ਢਾਕੇ ਕਰਮ, ਉਹ ਹੈ ਸਾਧੂ ਤੇ ਪੂਰਨ ਸਾਧੂ ਹੈ। ਦੁਖ ਰੋਗ ਬਿਨ ਸੇ ਭੈ ਭਰਮ, ਰੋਗ ਵੀ ਤੇ ਦੁੱਖ ਵੀ ਤੇ ਭੈ ਤੇ ਭਰਮ 7 ਪ੍ਰਕਾਰ ਦਾ ਭੈ ਹੈ, 5 ਪ੍ਰਕਾਰ ਦਾ ਭਰਮ ਹੈ ਤੇ ਭੇਦ ਭਰਮ ਹੀ 5 ਪ੍ਰਕਾਰ ਦਾ ਹੈ। ਉਹ ਫਿਰ ਕਿਤੇ ਨਿਰਣਾ ਸੀ। ਸੋ ਇਹ ਫਿਰ ਅੱਗੇ ਸਾਰਾ ਕੁਛ ਗੁਰੂ ਮਹਾਰਾਜ ਦੱਸਣਗੇ ਕੱਤਕ ਦੇ ਮਹੀਨੇ ਦੇ ਵਿੱਚ। ਉਹ ਹੈ ਸਾਧ ਸੰਗ, ਕੱਤਕ ਹੋਵੇ ਸਾਧ ਸੰਗ, ਬਿਨ ਸੇ ਸਭੇ ਸੋਚ। ਠੀਕ ਹੈ, ਅਸੀਂ ਕਰਮ ਤਾਂ ਕੀਤੇ ਬਹੁਤ ਹੈ, ਜੁਗਾਂ ਜੁਗਾਂ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਹੈ, ਜੇ ਉਹ ਢੇਰਾਂ ਦੇ ਢੇਰ ਲੱਗੇ ਹੈ, ਪਹਾੜਾਂ ਦੇ ਪਹਾੜ ਲੱਗੇ ਹੈ, ਇੰਨੇ ਤਾਂ ਮੁੱਕ ਹੀ ਨਹੀਂ ਸਕਦੇ। ਤੇ ਕੁਸੰਗਤ ਕਰਕੇ ਅਸੀਂ ਇੱਕ ਬਾਹਰਲੀ ਕੁਸੰਗਤ ਕਿਰਪਾ ਦੇ ਪਾਤਰ ਹੋਇਆ, ਅੱਗੇ ਤੋਂ ਅੱਗੇ ਉਹਦੀ ਮਿਹਰ ਹੋ ਜਾਂਦੀ ਹੈ, ਨਾਮ ਰਸ ਵਿੱਚ ਵੀ ਵਿਲੀਨ ਹੋ ਜਾਂਦਾ ਹੈ ਜਾਂ ਉਹਦੀ ਬਖਸ਼ਿਸ਼ ਦੇ ਨਾਲ ਹੋਰ ਅੱਗੇ ਤੋਂ ਅੱਗੇ। ਤੇ ਉਹ ਫਿਰ ਉਧਰਲੇ ਪਾਸੇ ਉਹਦੇ ਫੁਰਨੇ ਹੋਰ ਹਟਦੇ ਉਹ ਪਰਬਲੀ ਹੋ ਜਾਂਦੇ ਆ। ਉਹਨੇ ਕਿਰਿਆ ਕਰਨ ਜੋਗੇ ਜਾਂ ਇੱਧਰ ਉੱਧਰ ਹੋਰ ਰਹਿ ਜਾਂਦੇ ਆ, ਜਿੰਨਾ ਕੁ ਵਾਹਿਗੁਰੂ ਨੇ ਕਰਾਉਣਾ ਹੁੰਦਾ ਹੈ ਜਾਂ ਉਹਨਾਂ ਤੋਂ ਹੋਰ ਸੰਗਤ ਦੇ ਨਾਲ ਫਿਰ ਸਾਰੇ ਫਿਕਰ ਮੁੱਕ ਜਾਂਦੇ ਆ ਕਿ ਕੀ ਹੋਊਗਾ। ਸਾਰਿਆਂ ਤੋਂ ਵੱਡਾ ਮੌਤ ਦਾ ਫਿਕਰ ਹੈ। ਫਿਰ ਉਹ ਆਪਣੇ ਉਹ ਵੀ ਦੂਰ ਹੋ ਜਾਂਦਾ ਹੈ, ਉਹ ਵਰਸ਼ਾ ਅਸੀਂ ਆ ਜਾਂਦੀ ਹੈ ਸਰੀਰ ਤੇ ਵਰਸ਼ਾ। ਜਿਸ ਤਰ੍ਹਾਂ ਹੁਣ ਜਾਗਰਤ ਹੈ, ਇਸ ਤਰ੍ਹਾਂ ਜਿਹੜੇ ਗੁਰਮੁਖ ਨਾਮ ਜਪਦੇ ਉਹਨਾਂ ਦੀ ਸਰੀਰਕ ਅਵਸਥਾ ਵੀ ਐਸੀ ਉਹਨਾਂ ਨੂੰ ਅਨੁਭਵ ਹੁੰਦੀ ਹੈ। ਉਹ ਕਹਿੰਦੇ ਨਹੀਂ ਹੁੰਦੇ, ਉਸ ਵਿੱਚ ਲੀਨ ਹੁੰਦੇ ਨੇ ਪਰਮੇਸ਼ਰ ਦੇ ਵਿੱਚ। ਕਿ ਸਰੀਰ ਹੈ, ਸਰੀਰ ਛੱਡਣਾ ਛੱਡ ਗਿਆ, ਉਹ ਹੁੰਦਿਆ ਹੋਇਆ। ਇੱਕ ਮਹਾਤਮਾ ਸੀ, ਆਪਣੇ ਸਾਧਨ ਕਰਨ ਵਾਲੇ ਤੇ ਹੋਰ ਗਿਆਨ ਦੀ ਵਿਚਾਰ ਚੱਲੀ। ਉਹ ਕਹਿੰਦੇ ਬਈ ਅੱਗੇ ਜਿਹੜਾ ਗਿਆਨਵਾਨ ਹੈ ਉਹ ਜਿੱਦਣ ਦਾ ਗਿਆਨ ਹੋਇਆ ਉਹ ਤਾਂ ਉਦੋਂ ਮਰਿਆ ਹੋਇਆ, ਹੁਣ ਮਰਨਾ ਥੋੜਾ। ਉਹ ਤਾਂ ਜਿਹੜਾ ਅਮਰ ਸਰੂਪ ਹੈ, ਅੰਮ੍ਰਿਤ ਸਰੂਪ ਹੈ, ਉਹਦੇ ਵਿੱਚ ਲੀਨ ਰਹਿੰਦਾ ਪਰਮੇਸ਼ਰ ਦੇ ਵਿੱਚ। ਪਰਮੇਸ਼ਰ ਦੇ ਵਿੱਚ ਕਿਥੇ ਜਿਹਦੇ ਅੰਦਰ ਭਗਵਾਨ ਦੱਸ ਗਿਆ, ਪਰਮੇਸ਼ਰ ਸਾਖਿਆਤ ਹੋ ਗਿਆ, ਬਸਦਾ ਤੇ ਸਭ ਥਾਂ ਹੀ ਹੈ। ਤੇ ਉੱਥੇ ਕੀ ਬਾਕੀ ਕੋਈ ਘਾਟ ਰਿਹਾ ਜਾਂ ਅਵਸਥਾਵਾਂ ਨਾ ਜਾਂ ਹੋਰ ਨਾ। ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ। ਫਿਰ ਭਾਈ ਇਸ ਤਰ੍ਹਾਂ ਵਿਛੋੜਾ ਹੋ ਜਾਂਦਾ, ਜਨਮਾਂ ਜਨਮਾਂ ਦੇ ਵਿੱਚ ਜੀਵ ਭਟਕਦਾ ਭਰਮਦਾ ਰਹਿੰਦਾ ਹੈ, ਦੁੱਖ ਭੋਗਦਾ ਹੈ। ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਫਿਰ ਜਿਹੜੇ ਆਪਾਂ ਪਦਾਰਥਾਂ 'ਚ ਲੱਗੇ ਹੋਏ ਆ, ਚਲੋ ਕਿਸੇ ਕੋਲ ਥੋੜੇ ਨੇ, ਕਿਸੇ ਕੋਲ ਬਹੁਤੇ ਨੇ, ਤੇ ਉਹ ਇੱਕ ਜਦੋਂ ਉਹਨਾਂ ਨੂੰ ਕੋਈ ਐਸਾ ਕਰਮ ਕਰ ਬੈਠਦਾ ਹੈ ਜਿਹੜਾ ਉਦੋਂ ਹੀ ਫਲ ਮਿਲ ਜਾਂਦਾ ਹੈ। ਜਿਸ ਤਰ੍ਹਾਂ ਗੌਤਮ ਤਪਾ ਅਹਿल्या ਇਸਤਰੀ ਤਿਸ ਦੇਖ ਇੰਦਰ ਲੋਭਾਇਆ, ਸਹਿਜ ਸਰੀਰ ਚੈਨ ਪਗ ਹੁਏ ਤਾਂ ਮਨ ਪਛੋਤਾ ਹੈ। ਇੰਦਰ ਜਿਹੜਾ ਪਾਤਸ਼ਾਹ, ਉਹਦੇ ਕੋਲ ਕੋਈ ਘਾਟ ਨਹੀਂ ਹੈ। ਪਦਾਰਥਾਂ ਦੇ ਕੋਈ ਸਰੀਰਕ ਸਪਰਸ਼ ਸੰਬੰਧ ਦੇ ਨਾਲ ਸੰਬੰਧ ਰੱਖਣ ਵਾਲੇ ਅਪਛਰਾਂ ਦੇ ਕੋਈ ਘਾਟ ਨਹੀਂ। ਪਰ ਐਸਾ ਪ੍ਰਬਲ ਹੈ ਪ੍ਰਥਮਾ, ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉਂ ਕੰਚਨ ਸੇ ਹਾਗਾ ਟਾਲੇ। ਜਦੋਂ ਪ੍ਰਬਲ ਹੁੰਦਾ ਤਾਂ ਉਹਨਾਂ ਨੂੰ ਪਤਾ ਹੈ ਕਿਸ ਤਰ੍ਹਾਂ ਫਿਰ ਮਨ ਨੂੰ ਢਾਲ ਕੇ ਤੇ ਐਨ ਸਾੜ ਦਿੰਦਾ ਹੈ। ਉਹ ਗੌਤਮ ਦੇ ਘਰ ਵਾਲੇ ਸੀ ਤੇ ਉਹਦੇ ਦੇਖ ਕੇ ਇਹਦਾ ਮਨ ਮੋਹਿਤ ਹੋ ਗਿਆ ਤੇ ਹੋਰਨਾਂ ਨੇ ਵੀ ਇਹਨ ਸਹਾਇਤਾ ਲਈ ਤੇ ਉਹਨੂੰ ਆਪਣੇ ਰਿਸ਼ੀ ਨੂੰ ਸਾਖੀ ਲੰਬੀ ਬਹੁਤ ਸੰਖੇਪ ਦੇ ਨਾਲ ਹੀ
ਕਿ ਸਮਾਂ ਕਾਫੀ ਹੋ ਗਿਆ ਤੇ ਉਹ ਰਿਸ਼ੀ ਨੂੰ ਪਤਾ ਲੱਗ ਗਿਆ ਤੇ ਉਹਨੇ ਆ ਕੇ ਸ਼ਰਾਪ ਦੇ ਦਿੱਤਾ ਹੋਏ ਤੂੰ ਉੱਥੇ ਤ੍ਰਿਪਤ ਨਹੀਂ ਹੋਇਆ। ਇਹ ਮਹਾਤਮਾ ਦੇ ਘਰਾਂ ਦੇ ਵਿੱਚ ਵੀ ਜਾ ਕੇ ਇੱਕ ਭਗ ਦੇ ਵਾਸਤੇ ਤੂੰ ਆਇਆ, ਗੁਪਤ ਅੰਗ ਵਾਸਤੇ। ਤੇਰੇ ਇਹ ਤਾਂ ਮਾਈਆਂ ਦਾ ਧਰਮ ਹੈ ਕਿ ਉਹਨਾਂ ਦੇ ਸਰੀਰ ਤੇ ਐਸਾ ਚਿੰਨ੍ਹ ਰੱਖਿਆ ਹੈ, ਤੇਰੇ ਸਰੀਰ ਤੇ ਹੀ ਐਸੇ ਪਗਾ ਹੋ ਜਾਣ, ਜਾ ਕਿਤੇ ਲੋੜ ਨਾ ਪਵੇ ਜਾਣ ਦੀ। ਫਿਰ ਉਹੀ ਜਿਉਂ ਜੋ ਰੂਸਰ ਨਾਗਨੀ ਆਵੇ, ਵਾਰੋ ਵਾਰ ਸਰੀਰ ਦੇ ਉੱਤੇ ਕੁਸ਼ਟ ਹੋ ਗਿਆ, ਬਦਬੂ ਆਵੇ ਤੇ ਫਿਰ ਸ਼ਰਮ ਦਾ ਮਾਰਾ ਕਹਿੰਦੇ ਅੰਦਰ ਕਿੱਥੇ ਚਲੇ ਗਿਆ, ਲੁਕਿਆ ਕਿਤੇ ਜਾ ਕੇ ਬਨ ਵਿੱਚ ਜੰਗਲ ਦੇ ਵਿੱਚ। ਕਹਿੰਦੇ ਕਪਾਲ ਮੋਚਨ ਆਦਿ ਕੁਛ ਸੀ, ਦੇਵਤਿਆਂ ਨੂੰ ਪਤਾ ਲੱਗਿਆ, ਫਿਰ ਉੱਥੇ ਆਏ, ਫਿਰ ਉਹਦਾ ਕੋਈ ਉਪਰਾਲਾ ਕੀਤਾ। ਉਹ ਖਿਨਵੇਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ, ਵਿੱਚ ਨਾ ਕੋਈ ਕਰ ਸਕੇ। ਉਹਦੇ ਸ਼ਰਾਪ ਦੇ ਨਾਲ ਦੇਖ ਲਓ ਕਿ ਇੱਕ ਛਿਨ ਦੇ ਵਿੱਚ ਹੀ ਉਹ ਸਾਰੀਆਂ ਜ਼ਹਿਰ ਹੋ ਗਈਆਂ ਚੀਜ਼ਾਂ, ਜ਼ਹਿਰ ਰੂਪ ਹੋ ਗਏ ਨਾ। ਇਸੇ ਤਰ੍ਹਾਂ ਹੀ ਆਪਣੇ ਭਾਈ ਮੂਲੇ ਦੀ ਸਾਖੀ ਆਉਂਦੀ ਹੈ। ਸਿਆਲਕੋਟ ਉਹ ਪੀਰ ਸੀ ਕਿ ਗੁਰੂ का वचन मन के पहला तुरता पिया, फिर इस्त्री के मोह के विच चले गया। मोह के विच चलन गया। गुरु नानक साहब आप गए लैन वास्ते उन्होंने कैसे भी मरना सच तो जीवना झूठ, कहते अमली तौर पर गुरु नानक साहब ने किया, क्योंकि वो जरा पीर सी गुरु नानक साहब महाराज गए तो भूले मार्ग जिन्हें बचाया। चाहे पीर या पैगंबर सी, एक पीर एवं साखी आती है। इतने सियालकोट दे विच गए कि वो साधन करता सी, एक मठ बना के पीर। ते गल इउं सी भी सियालकोट दे विच एक कोई शाहूकार सी, चाहे मुसलमान ते दूसरा उनके पीर ने कहा जी जपी तपी हो तुसीं, मेरे घर दे विच संतान नहीं हुंदी। कहते चंगा जी जे संतान होवे तो एक मुंडा सानू देगा, 3-4 मुंडे हो गए, उन्हें कोई ना दिता। कहते चंगा, इनू भी हम भी जब तक किया मेरा ही है। जे तो भगती भाव होवे ना भी वाहिगुरू तेरा हो तो इस रस्ते नहीं पैंदे। जिवें मलेरकोट रिवाड़ा आया, होर पीर पैगंबर और लोगों को चिमड़े हुए ने, कोई वाह पेश नहीं जाती उन्होंने। उन्होंने वाली लगते तो फिर ही है, जे परमेश्वर वाली लगन तो ये हालत ना हो जाते सुख वास्ते। परमेश्वर को सुख घट है। सो इन बना के इस तरह से थोड़ा ही यदा चलीसा रहा सी कि गुरु नानक साहब चले गए। गुरु नानक साहब यदा करना सी मैं सारा शहर गर्क कर देना। ये शहर दे सब झूठे बंदे ने। गुरु नानक साहब ने उत्थे जाके कहने चलीसा यदा पूरा ही होने वाला सी, एक अद्धा दिन रहा सी, क्योंकि उन्ना ही पानी रख लेंदे, उन्ना ही रख के या जौ आदि पुत्र मनते हैं, वो फिर बड़ा जप तप करते हैं। परमेश्वर दे ही जाता है, मुशक्कत लहो मजूरियां, कोई मजूरी करता उन्होंने अपनी मेहनत का फल तो दिंदा ही है। वही मंगते ने भी सानू ऐ हो जाए, आ हो जाए। तो इन ਇਹਦਾ ਚਲੀਸਾ ਸ਼ਹਿਰ गर्क करन फिरदा है। तो जिहड़ा किसी की गलती तो एक अद्धे दी है, ये सारा शहर ही गर्क करन फिरदा है। ਇਹਦੀ बुद्धि भी उत्थे ताईं नहीं पहुंची भी ये ना काम करा। तो गुरु नानक साहब जी ने निगाह की, जिहड़ा उतला सी ਇਹਦਾ गुंबज बनाया होया, वो निगाह नाल ही फट गया। निगाह नाल फट गया तो बड़ा डर होया इहनूं कि पाट गया भी ये तो मेरे उत्ते डिगन लगा, तो बाहर आ गया। तो इन्होंने देखा भी कौन है इत्थे या होर चीज़ है, गुंबज तो फट नहीं सी सकता। अज मेरे दिन पूरे होने से। तो इन देखा भी वो साधु जड़े बैठे ने ना उन्होंने गल की, क्योंकि गुरु नानक साहब ऐसा ठाठ बाठ रखते नहीं सी। जिस तरह की कोई किसी ने सिक्ख्या देनी उस तरह का ही रूप धार लेंदे सी। साधु वर्गा भी या दूसरा भी उस तरह का ही लिबास बना लेंदे सी। जे मक्के ही गए तो उस तरह का ही उन्होंने फुरने च ये सब कुछ सिक्ख्या देनी। उन्होंने
ਇਹ ਕਹਿੰਦਾ ਤੁਸੀਂ ਇਹ ਕੀ ਕੀਤਾ? ਮੈਂ ਤਾਂ ਐਂ ਕਰਨਾ ਸੀ। ਕਹਿੰਦੇ ਕਿਉਂ ਪੀਰ ਜੀ, ਕੀ ਗੱਲ? ਫਿਰ ਤੁਸੀਂ ਫਿਰ ਸਾਰੇ ਸ਼ਹਿਰ ਨੂੰ ਮੈਂ ਗਰਕ ਕਰਨਾ ਸੀ। ਕਿ ਕਾਹਦੇ ਲਈ ਗਰਕ ਕਰਨਾ ਸੀ? ਇਹ ਮਾਰ ਦੇਣੇ ਸੀ। ਉਹਨੇ ਇਹ ਨਹੀਂ ਕੰਮ ਕੀਤਾ, ਮੈਂ ਮਾਰ ਦੇਣੇ ਸੀ। ਕਿ ਇੱਥੇ ਤਾਂ ਤੁਹਾਨੂੰ ਪਤਾ ਨਹੀਂ ਵੀ ਇੱਥੇ ਤਾਂ ਕਈ ਐਸੇ ਨੇ ਜਿਹੜੇ ਉਹ ਪਹਿਲਾਂ ਹੀ ਮਰਨ ਨੂੰ ਸੱਚ ਸਮਝਦੇ, ਤੁਸੀਂ ਕਿਹਨੂੰ ਮਾਰੋਗੇ? ਕਹਿੰਦੇ ਇਹ ਕਦੀ ਗੱਲ ਹੋ ਸਕਦੀ, ਮਰਨ ਨੂੰ ਸੱਚ ਸਮਝਦੇ? ਕਹਿੰਦੇ ਚੰਗਾ। ਸਤਿਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਵੀ ਆ ਲਓ, ਉਹ ਮਰਦਾਨੇ ਨੂੰ ਟਕਾ ਦਿੱਤਾ, ਸੋਨੇ ਦਾ ਮੋਹਰ ਦਿੱਤੀ ਵੀ ਜਾ ਕੇ ਲੈ ਪੀਰ ਨੂੰ, ਇਹ ਐਸੇ ਵੀ ਹੈਗੇ। ਉਹ ਜਾ ਕੇ ਜਿਹੜਾ ਮੂਲਾ ਸੀ, ਹੋਰ ਤਾਂ ਕਿਸੇ ਨੇ, ਉਹਨਾਂ ਨੇ ਕਿਹਾ ਵੀ ਮਰਨਾ ਸੱਚ ਤੇ ਜੀਵਣਾ ਝੂਠ, ਇਹ ਸੌਦਾ ਮੈਂ ਲੈਣ ਆਇਆ। ਕੋਈ ਦੇਵੇ, ਕੋਈ ਤਾਂ ਮਰਦਾਨਾ ਫਿਰਿਆ। ਉਹ ਕਹਿੰਦੇ ਨਹੀਂ, ਇਹ ਲਾਲਚੀ ਸੀ ਆਪਣੇ ਮੂਲਾ, ਤੇ ਕਥਾ ਵਾਰਤਾ ਵੀ ਹੋਰ ਅੰਦਰੀਆਂ ਗੱਲਾਂ ਗੁੱਲਾਂ ਪੜ੍ਹਨਾ ਪੁੜ੍ਹਨਾ ਵੀ ਜਾਣਦਾ ਸੀ। ਤੇ ਉਹਦੇ ਨਾਲ ਜਿਹਨੂੰ ਚੁੰਚ ਗਿਆ ਨਹੀਂ ਕਹਿੰਦੇ ਆ, ਜਦ ਕਊਆ ਮੁਖ ਚੁੰਚ ਗਿਆ, ਉਹ ਇਹ ਕਹਿੰਦਾ ਵੀ ਚੰਗਾ, ਸੋਨੇ ਦਾ ਟਾਗਾ ਦੇਖ ਕੇ ਇਹਦਾ ਮਨ ਲੁਭਾਇਮਾਨ ਹੋ ਗਿਆ ਤੇ ਇਹਨੂੰ ਲਿਖ ਦਿੱਤਾ। ਕਹਿੰਦੇ ਵੀ ਲਿਖ ਕੇ ਦੇ ਦੇ, ਲੈ ਕਾਗਜ਼ ਦੇ ਦੇ, ਜਾ ਕੇ ਜਿਹੜੇ ਤੂੰ ਸਾਧੂ ਫਕੀਰ ਕੋਲੋਂ ਆਇਆ ਜਾਂ ਗੁਰੂ ਨਾਨਕ ਸਾਹਿਬ ਕੋਲੋਂ ਆਇਆ ਵੀ ਮਰਨਾ ਸੱਚ ਤੇ ਜੀਵਣਾ ਝੂਠ। ਉਹ ਜਾ ਕੇ ਦੇਖੋ ਜੀ ਪੀਰ ਜੀ, ਤੁਸੀਂ ਤਾਂ ਸ਼ਹਿਰ ਨੂੰ ਗਰਕ ਕਰਨਾ ਚਾਹੁੰਦੇ, ਇੱਥੇ ਤਾਂ ਬੰਦੇ ਹੀ ਇਹ ਜਿਹੜੇ ਪਹਿਲਾਂ ਹੀ ਮਰਨ ਨੂੰ ਸੱਚ ਸਮਝਦੇ ਆ। ਤੁਸੀਂ ਮਾਰਨਾ ਕਿਹਨੂੰ ਹੈ? ਕਿ ਜੀਵਣਾ ਝੂਠ। ਉਹਨੂੰ ਵੀ ਸਿੱਖਿਆ ਦੇਣੀ ਸੀ, ਉਹਨੂੰ ਵੀ ਸਿੱਖਿਆ ਦੇਣੀ ਸੀ। ਤੇ ਇਸ ਕਰਕੇ ਤੁਸੀਂ ਉਸ ਰਸਤੇ ਪਵੋ ਜਿਹੜਾ ਪਰਮੇਸ਼ਰ ਦੀ ਭਾਵ ਭਗਤੀ ਦਾ ਹੈ। ਚੱਲਦੀਆਂ ਸਦੀਆਂ ਚ ਕੀ ਤੁਸੀਂ ਲੈਣਾ? ਤੁਸੀਂ ਆਪਣਾ ਜਨਮ ਮਰਨ ਬੈਠੋ ਕਿ ਉਸ ਅਚਲ ਪਦਵੀ ਨੂੰ ਪ੍ਰਾਪਤ ਕਰੋ। ਮੁਕਾਮ ਤਾਂ ਪਰ ਜਾਣੀਏ ਜਹਾਂ ਰਹੇ ਲੇਕਿਨ ਲੋਕ। ਫਿਰ ਇਹਨੂੰ ਤਾਂ ਇੱਥੇ ਪਾਤਰਾ ਸੇ ਉਹ ਮੂਲਾ, ਹੁਣ ਉਹਨੂੰ ਕਹਿੰਦੇ ਵੀ ਉਹਨੂੰ ਲਿਆਓ। ਵੀ ਉਹ ਤੂੰ ਉਹਨੂੰ ਕਿਹਾ ਵੀ ਤੂੰ ਲਿਖਤਾ ਦਿੱਤਾ ਇਹ? ਕਹਿੰਦਾ ਜੀ ਮੈਂ ਲਿਖਤਾ ਦਿੱਤਾ ਤੇ ਮੈਂ ਤਾਂ ਲਾਲਚ ਕਰਕੇ ਲਿਖਿਆ, ਉਹ ਨਹੀਂ ਮੈਂ ਨਾ ਸੱਚ ਜਾ। ਕਹਿੰਦੇ ਸੱਚ ਬਣਨਾ ਚਾਹੁੰਦੇ? ਮਰਨਾ ਸੱਚ ਵੀ ਠੀਕ ਹੈ। ਕਹਿੰਦੇ ਜੀ ਮਹਾਰਾਜ ਕਿਰਪਾ ਕਰਦੇ ਬਣਾ ਦਿਓ। ਕਹਿੰਦੇ ਨਾਲ ਚੱਲ ਕੇ ਨਾਲ ਚਲੇ ਗਿਆ। ਬਹੁਤ ਸਾਰਾ ਸਮਾਂ ਰਿਹਾ ਤੇ ਫਿਰ ਇੱਕ ਦਿਨ ਗੁਰੂ ਨਾਨਕ ਸਾਹਿਬ ਜੀ ਬੈਠੇ ਤੇ ਕਹਿੰਦੇ ਵੀ ਇਹਦਾ ਮੋਹ ਤੋੜੀਏ। ਕਹਿੰਦੇ ਮੂਲਿਆ ਵੀ ਤੇਰੇ ਘਰ ਵਾਲੀ ਨੂੰ ਕਿਸੇ ਨੇ ਇਹ ਕਰ ਦਿੱਤੀ ਹੈ, ਗੱਲ ਐਵੇਂ ਝੂਠੀ ਲਾ ਦਿੱਤੀ ਹੈ ਵੀ ਮੂਲਾ ਜਿਹੜਾ ਹੈ ਨਾ ਉਹ ਤਾਂ ਮਰ ਗਿਆ, ਤੇ ਉਹ ਚਿਖਾ ਬਣਾ ਕੇ ਸਣ ਵਾਸਤੇ ਤਿਆਰ ਆ ਵੀ ਮੇਰਾ ਪਤੀ ਮਰ ਗਿਆ ਤੇ ਮੈਂ ਕੀ ਲੈਣਾ? ਤੇ ਤੂੰ ਦੇਖ ਲੈ ਵੀ ਉਹਨੂੰ ਬਚਾਉਣਾ ਚਾਹੁੰਦਾ ਹੈ ਜਾਂ ਆਪਣਾ ਇਸ ਤਰ੍ਹਾਂ ਵੀ ਠੀਕ ਹੈ, ਮਰਦੀ ਤਾਂ ਮਰ ਜਾਣ ਦਿਓ, ਮੇਰਾ ਕੋਈ ਬੋਝ ਨਹੀਂ ਹੈ। ਕਹਿੰਦਾ ਮਹਾਰਾਜ ਮੋਹ ਤਾਂ ਹੈਗਾ। ਤੇ ਹੁਣ ਗੱਲ ਹੈ ਵੀ ਮੈਂ ਕਿਸ ਤਰ੍ਹਾਂ ਪਹੁੰਚ ਸਕਦਾ ਐਡੀ ਦੂਰ? ਮਾਰੇ ਕਹਿੰਦੇ ਪਹੁੰਚਾ ਤਾਂ ਅਸੀਂ ਦਿੰਦੇ ਹਾਂ, ਜੇ ਤੇਰਾ ਮੋਹ ਹੈ। ਇਹ ਪਹੁੰਚ ਗਿਆ, ਉਹ ਤਿਆਰ ਸੀ ਅੱਗੂ ਬਣਨ ਵਾਸਤੇ ਜਾਂ ਹੋਰ ਚੀਜ਼ਾਂ ਤੇ ਬੈਠਣ ਦੇ ਆ ਗਏ ਵੀ ਠੀਕ ਹੈ। ਉਹ ਵੀ ਹੋ ਗਿਆ ਵੀ ਠੀਕ ਹੈ, ਮੇਰਾ ਪਤੀ ਬਹੁਤ ਹੈ। ਰਹਿਣ ਸਹਿਣ ਲੱਗ ਪਏ। ਕੁਝ ਸਮਾਂ ਗੁਜ਼ਰ ਗਿਆ ਇਸੇ ਤਰ੍ਹਾਂ ਹੀ ਪਤੀ ਸਤੀ ਦਾ। ਤੇ ਫਿਰ ਗੁਰੂ ਨਾਨਕ ਸਾਹਿਬ ਜੀ ਆ ਗਏ ਬੇਰ ਸਾਹਿਬ ਗੁਰਦੁਆਰਾ ਉੱਥੇ ਤੇ ਬੈਠੇ ਨੇ। ਉਹ ਪੀਰ ਸਾਹਿਬ ਜੀ ਉਹਨੂੰ ਤਰਸੇ ਪਾਈ ਵੀ ਤੁਸੀਂ ਇਹ ਕਿੱਧਰ ਪਏ ਹੋ? ਕਹਿੰਦੇ ਮਰਦਾਨੇ ਇੱਥੇ ਇੱਕ ਮੂਲਾ ਸੀ ਇਹ ਆਪਣੇ, ਉਹ ਕਹਿੰਦਾ ਸੀ ਵੀ ਮਰਨਾ ਸੱਚ ਤੇ ਜੀਣਾ ਝੂਠ ਤੇ, ਉਹਨੂੰ ਲਿਆਓ ਬੁਲਾ ਕੇ। ਕਿ ਠੀਕ ਹੈ ਹੁਣ ਤਾਂ ਤੂੰ ਆ ਗਿਆ, ਤੇਰੇ ਘਰ ਵਾਲੀ ਵੀ ਬਚ ਗਈ, ਹੋ ਗਿਆ ਪਹੁੰਚ ਗਿਆ। ਤੇ ਉੱਥੇ ਜਾ ਕੇ ਇਹਨੇ ਕਿਹਾ, ਜਾ ਕੇ ਗੁਰੂ ਨਾਨਕ ਸਾਹਿਬ ਆਪ ਹੀ ਗਏ ਤੇ ਇਹਦੇ ਘਰ ਵਾਲੀ ਨੇ ਵੇਖ ਲਿਆ ਵੀ ਉਹ ਸਾਧ ਜਿਹੜੇ ਸੀ ਨਾ ਮੇਰੇ ਪਤੀ ਨੂੰ ਲੈ ਗਏ ਸੀ ਵੀ ਉਹ ਆ ਗਏ, ਫਿਰ ਹੁਣ ਫੇਰ ਲੈ ਜਾਣਗੇ। ਇਹ ਐਸਾ ਮੋਹ ਹੈ। ਜੋਰਾ ਪੁਰਖ ਹਰ ਆਪ ਪਾਇਨ ਹਰ ਖੀਲ ਸਭ ਖਿਲਾ।
ਇਹ ਨਾਲੇ ਇਸਤਰੀ ਪੁਰਸ਼ ਆਪ ਹੀ ਪੈਦਾ ਕੀਤੇ ਹੈ ਤੇ ਉਹ ਖੇਲ ਹੋ ਰਿਹਾ ਹੈ ਪਰਮੇਸ਼ਰ ਦਾ ਵੀ ਉਹ ਮੂਲੇ ਨੂੰ ਕਿਹਾ ਵੀ ਇਹ ਲੈ ਜਾਣਗੇ ਤੈਨੂੰ, ਹੁਣ ਲੈ ਜਾਣਗੇ ਤੇ ਤੂੰ ਲੁਕ ਜਾ, ਤੇ ਤੂੰ ਲੁਕ ਜਾ। ਤੇ ਮੈਂ ਕਹਿ ਦੂੰ ਵੀ ਹੈ ਨਹੀਂ ਇੱਥੇ, ਜਿਵੇਂ ਲੋਕ ਨੇ ਝੂਠ ਜਾਂ ਹੋਰ ਚੀਜ਼ ਬੋਲਣਾ। ਗੁਰੂ ਮਹਾਰਾਜ ਗਏ ਤੇ ਕਹਿੰਦੇ ਇਹ ਮੂਲੇ ਆਵਾਜ਼ ਮਾਰੀ, ਉਹ ਕਹਿੰਦੇ ਜੀ ਉਹ ਤਾਂ ਹੈ ਨਹੀਂ, ਇੱਥੇ ਹੈ ਨਹੀਂ ਜਾਂ ਹੋਰ ਚੀਜ਼ ਹੈ। ਫਿਰ ਮਹਾਰਾਜ ਨੇ ਕਿਹਾ, ਆਵਾਜ਼ ਪਹਿਲਾਂ ਨਾ ਮਿਲਿਆ, ਫਿਰ ਉਹਨੂੰ ਕਿਹਾ ਹੈ ਨਹੀਂ ਇੱਥੇ। ਤੇ ਮਹਾਰਾਜ ਨੂੰ ਤਾਂ ਸਭ ਪਤਾ ਸੀ ਇਹ ਗਹੀਰੇ ਦੇ ਵਿੱਚ ਉਹਦੇ 'ਚ ਵੜ ਜਾ ਤੂੰ, ਆ ਪਾਠੀਆਂ ਚੁੱਕਣ ਵਾਲੇ ਗਹੀਰੇ 'ਚ ਉਹਦੇ 'ਚ ਲੁਕ ਜਾ, ਉਹਦੇ 'ਚ ਲੁਕਿਆ ਹੋਇਆ ਸੀ। ਤੇ ਫਿਰ ਗੁਰੂ ਨਾਨਕ ਸਾਹਿਬ ਨੇ ਵੀ ਕਿੱਥੇ ਜਾਓਗੇ, ਹੈ ਨਹੀਂ। ਕਹਿੰਦੇ ਚੰਗਾ ਹੈ ਨਹੀਂ ਤਾਂ ਹੈ ਹੀ ਨਹੀਂ। ਉੱਥੇ ਹੀ ਗੁਰੂ ਨਾਨਕ ਸਾਹਿਬ ਤਾਂ ਵਾਪਸ ਮੁੜ ਗਿਆ ਤੇ ਉੱਥੋਂ ਹੀ ਸੱਪ ਨਿਕਲਿਆ ਅੰਦਰੋਂ ਉਸੇ ਵੇਲੇ, ਤੇ ਇਹਦੇ ਲੜਿਆ ਤੇ ਹਾਏ ਹਾਏ ਕਰਦਾ ਬਾਹਰ ਆ ਗਿਆ ਤੇ ਬੇਸੁਰਤ ਹੋ ਗਿਆ। ਤੇ ਫਿਰ ਹੋਰ ਲੋਕ ਵੀ ਇਕੱਠੇ ਹੋ ਗਏ, ਕਹਿੰਦੇ ਇਹਨੂੰ ਦੱਸਿਆ ਵੀ ਇਸ ਤਰ੍ਹਾਂ ਕੋਈ ਸਾਧੂ ਸੀਗੇ ਤੇ ਆਹ ਗੱਲ ਹੋ ਗਈ ਹੈ। ਉਹਨਾਂ ਨੇ ਲੋਕਾਂ ਨੇ ਚੱਕਿਆ ਤੇ ਉੱਥੇ ਲੈ ਗਏ ਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਸਾਡੇ ਸਾਹ ਸੀਗੇ, ਇਹਦਾ ਜਿੰਦਾ ਸੀ, ਉਹ ਇਹਨੂੰ ਸੁਰਤ ਹੈ ਨਹੀਂ ਸੀ। ਤੇ ਕਹਿੰਦੇ ਮਹਾਰਾਜ ਕਿਰਪਾ ਕਰੋ, ਭੁੱਲਾਂ ਹੋ ਜਾਂਦੀਆਂ ਜਾਂ ਹੋਰ ਚੀਜ਼ ਹੈ। ਕਹਿੰਦੇ ਨਹੀਂ, ਹੁਣ ਨਹੀਂ ਹੈ। ਉਹ ਜਿਵੇਂ ਦਿੱਲੀ ਦੀ ਸਾਖੀ ਆਉਂਦੀ ਹੈ, ਉਹ ਹਾਥੀ ਦੇ ਤੇ ਉਹ ਜਿਉਂਦਾ ਕਰਦਾ ਸੀ, ਮਾਰ ਨੇ ਮਰਿਆ ਹੋਇਆ ਤੇ ਉਹ ਫਿਰ ਪਾਤਸ਼ਾਹ ਆਇਆ, ਕਹਿੰਦੇ ਜੀ ਹੁਣ, ਉਹ ਕਹਿੰਦੇ ਸੰਤ ਦਾ ਰੱਬ ਦਾ ਮਾਰਿਆ ਸੰਤ ਜਿਉਂਦਾ ਕਰ ਸਕਦਾ ਹੈ, ਸੰਤ ਦਾ ਮਾਰਿਆ ਰੱਬ ਜਿਉਂਦਾ ਨਹੀਂ ਕਰਦਾ, ਉਹਨਾਂ ਦੀ ਪਤ ਰੱਖਦਾ ਹੈ। ਕਹਿੰਦੇ ਬਸ ਇਹ ਗਿਆ ਸੋ ਗਿਆ। ਹੁਣ ਅਖੇ ਜੀ ਫਿਰ ਚਲੋ ਤੁਸੀਂ ਸ਼ਰਨ ਵਿੱਚ ਲੈ ਆਏ ਇਹਨੂੰ, ਤੇ ਹੁਣ 10ਵੇਂ ਜਾਮੇ ਦੇ ਵਿੱਚ ਇਹਨੂੰ ਮੁਕਤ ਕਰਾਂਗੇ, ਉਹਨਾਂ ਚਿਰ ਭਟਕਦਾ ਰਹੂਗਾ ਜੀਵਨਾਂ ਦੇ ਵਿੱਚ। ਫਿਰ 10ਵੇਂ ਸਰੂਪ ਦੇ ਵਿੱਚ ਜਿੱਥੇ ਸ਼ਿਕਾਰ ਘਾਟ ਹੈ, ਇਹ ਸਹਿਹਾ ਬਣਿਆ ਹੋਇਆ ਸੀ ਕਿ ਤੁਸੀਂ ਹਜ਼ੂਰ ਸਾਹਿਬ ਜਾਂਦੇ ਬਹੁਤ ਸਾਰੇ, ਤੇ ਉੱਥੇ ਫਿਰ ਇਹਦਾ ਉਧਾਰ ਕੀਤਾ ਤੇ ਇਹਦੀ ਰੂਹ ਆਤਮਾ ਉਸੇ ਤਰ੍ਹਾਂ ਹੀ ਪ੍ਰਗਟ ਹੋ ਕੇ ਫਿਰ ਸਿੰਘਾਂ ਨੂੰ ਦੱਸਿਆ। ਕਹਿੰਦੇ ਜੀ ਇਹ ਕੀ ਗੱਲ, ਕਹਿੰਦੇ ਇਹ ਐਉਂ ਸੀ। ਪੜੋ ਜੀ। ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ, ਮਾਇਆ ਦੇ ਭੋਗ ਜਾਂ ਪਦਾਰਥ ਜਿਹੜੇ ਨੇ ਨਾ, ਇੱਕ ਛਿਨ ਦੇ ਵਿੱਚ ਹੀ ਰੋਗ ਆ ਪਵੇ, ਹੋਰ ਚੀਜ਼ ਆਵੇ, ਕੌੜੇ ਜ਼ਹਿਰੀਲੇ ਹੋ ਜਾਂਦੇ, ਵੀ ਹੁਣ ਨਹੀਂ ਚੰਗੇ ਲੱਗਦੇ, ਜਦੋਂ ਬਿਮਾਰ ਹੋ ਜਾਂਦੇ। ਵਿੱਚ ਨਾ ਕੋਈ ਕਰ ਸਕਾ ਹੈ ਕਿਸ ਥਾ ਰੋਵਾ ਰੋਜ਼, ਉਹਦੇ ਵਿੱਚ ਕੋਈ ਸਹਾਇਕ ਹੋ ਕੇ ਵਿੱਚ ਨਾਮ ਵਿਚੋਲ ਗਿਆ, ਕੋਈ ਵਿੱਚ ਬਣ ਕੇ ਆ ਕੇ ਸਹਾਇਤਾ ਕਰੇ, ਉਹਨੂੰ ਵਿਚੋਲਾ ਕਹਿੰਦੇ ਹੈ। ਉਹਦੇ ਵਿੱਚ ਫਿਰ ਜਿਹੜਾ ਰੱਬ ਦਾ ਮਾਰਿਆ ਹੋਇਆ ਨਾ, ਲਿਖਿਆ ਤੁਰ ਸੰਜੋਗ, ਉਹਦੇ ਵਿੱਚ ਫਿਰ ਹੋਰ ਕੋਈ ਕਹੇ ਵੀ ਮੈਂ ਇਹਨੂੰ ਠੀਕ ਕਰ ਦਿਆਂ ਜਾਂ ਹੋਰ, ਉਹਦੇ ਵਿੱਚ ਚੋਰਗੀ ਦੇ ਕੇ ਉਹਦੀ ਸਹਾਇਤਾ ਨਹੀਂ ਕਰ ਸਕਦਾ। ਕੀਤਾ ਕਿਛੂ ਨਾ ਹੋ ਗਈ ਲਿਖਿਆ ਤੁਰ ਸੰਜੋਗ, ਵਿੱਚ ਨਾ ਕੋਈ ਕਰ ਸਕਾ ਕਿਸ ਤਾ ਰੋਵਾ ਰੋਜ਼, ਰੋਣਾ ਹੀ ਪੈਂਦਾ ਕਿ ਕਿਹਦੇ ਕੋਲ ਰੋਜ਼ ਨਾ ਵੀ ਕਿਹਦੇ ਕੋਲ ਰੋਣੇ ਰਹੂਗਾ। ਇੱਕ ਮੁਹਾਵਰਾ ਬਣ ਗਿਆ ਵੀ ਰੋਜ਼ ਹਮੇਸ਼ਾ ਹੀ ਫਿਰ ਰੋਈ ਜਾ, ਉਹਨੇ ਤੇ ਫਿਰ ਹੋਰ ਤਾਂ ਕੁਛ ਬਣਦਾ ਨਹੀਂ। ਪੜ ਜਾਓ। ਕੀਤਾ ਕਿਛੂ ਨਾ ਹੋਵਈ ਲਿਖਿਆ ਧੁਰ ਸੰਜੋਗ, ਜਿਹੜਾ ਰੂਪ ਵਾਹਿਗੁਰੂ ਪਰਮੇਸ਼ਰ ਹੈ ਉਹ ਤੋਂ ਬੇਮੁਖ ਹੋ ਗਿਆ। ਇਹ ਗੁਰੂ ਨਾਨਕ ਸਾਹਿਬ ਜੀ ਤੋਂ ਤਾਂ ਫਿਰ ਕੀਤਾ ਕਿਛੂ ਨਾ ਹੋਵੇ, ਉਹਦੇ ਵਿੱਚ ਕਿਸੇ ਦਾ ਹੋਰ ਯਤਨ ਕੀਤਾ ਵੀ ਮੈਂ ਇਹਨੂੰ ਹਟਾ ਦਿਆਂ, ਜਾਂ ਉਹ ਨਹੀਂ ਹੁੰਦਾ, ਕਿਉਂ ਤਰੋ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਹੋ ਜਾਂਦਾ ਵੀ ਇਹਨੂੰ ਐਸੀ ਸਜ਼ਾ ਹੀ ਮਿਲੂਗੀ। ਵੱਡ ਭਾਗੀ ਮੇਰਾ ਪ੍ਰਭ ਮਿਲਾ ਤਾਂ ਉਤਰਾ ਸਭ ਵਿਯੋਗ, ਹਾਂ ਦੇਖੋ ਜਨਮਾਂ ਦੇ ਵਿਛੜੇ ਹੋਏ ਆ, ਪਤਾ ਨਹੀਂ ਕਿੰਨੇ ਕੋਈ ਜਨਮ ਜਾਂ ਹੋਰ ਇਕੱਠੇ ਹੋਏ ਆ, ਜੇ ਭੋਗੀਏ ਤਾਂ ਉਹ ਤਾਂ ਬਹੁਤ ਇੰਨੇ ਜਨਮਾਂ ਨੂੰ ਕਿਵੇਂ ਭੋਗਾਂਗੇ, ਲੱਖਾਂ 84 ਲੱਖਾਂ ਜੁਨਾਂ ਦੇ ਵਿੱਚ। ਵੱਡ ਭਾਗੀ ਮੇਰਾ ਪ੍ਰਭ ਮਿਲੇ, ਜੇ ਕਰਕੇ ਚੰਗੇ ਕਰਮ ਕਰਨ ਲੱਗ ਪੈਣ, ਕਰ ਲੈ ਪਈਏ, ਵੱਡ ਭਾਗੀ ਜਿਨ੍ਹਾਂ ਦੇ ਵਿੱਚ ਵਡਿਆਈ ਦੀ ਇੱਛਾ ਨਾ ਹੋਵੇ, ਭੱਜ ਗਈ ਹੋਵੇ। ਕਿਉਂਕਿ ਯੋਗ ਸ਼ਬਦ ਮੰਨ ਕੇ, ਯੋਗ ਰੂੜੀ ਮੰਨ ਕੇ, ਉਹਦਾ ਅਰਥ ਵੈਸੇ ਨਿਸ਼ਕਾਮ ਕਰਮ ਕਰੀਏ,
ਸਾਧ ਸੰਗਤ ਦੇ ਵਿੱਚ ਹੋਰ ਇੱਛਾ ਨਾ ਹੋਵੇ, ਸੇਵਾ ਕਰਤ ਹੋਏ ਨੇਕਾਮੀ ਵੀ ਵਾਹਿਗੁਰੂ ਤੈਨੂੰ ਹੀ ਮਿਲਣਾ, ਤੁਹਾਡੇ ਹੀ ਦਰਸ਼ਨ ਕਰਨੇ ਹੈ ਜਾਂ ਸਰਗੁਣ ਸਰੂਪ ਦੇ ਵਿੱਚ ਸਤਿਗੁਰਾਂ ਦੇ ਦਰਸ਼ਨ ਕਰਨੇ। ਇਹ ਵਟ ਭਾਗੀ ਮੇਰਾ ਪ੍ਰਭ ਮਿਲੇ, ਇਸ ਤਰ੍ਹਾਂ ਕਰਦਿਆਂ ਕਰਦਿਆਂ ਜਦੋਂ ਹਿਰਦਾ ਸਾਫ਼ ਹੋ ਜਾਊਗਾ ਤੇ ਜਿਹੜੀ ਭਾਵਨਾ ਦੇ ਅਨੁਸਾਰ ਉਸ ਦੇ ਵਿੱਚ ਹੀ ਪ੍ਰਗਟ ਹੋਣਗੇ। ਇਸੇ ਕਰਕੇ ਕਈ ਗੁਰਮੁਖ ਜਿਹੜੇ ਉਹ ਸਤਿਗੁਰੂ ਸਾਹਿਬ ਜੀ ਦੇ ਚਿੱਤਰਾਂ ਦਾ ਵੀ ਦਰਸ਼ਨ ਕਰਕੇ ਉਸ ਤਰ੍ਹਾਂ ਨਹੀਂ ਫਿਰ ਉਹਨਾਂ ਨੂੰ ਬਾਹਰ ਦਰਸ਼ਨ ਪ੍ਰਤੀਤ ਹੁੰਦੇ ਹੈ। ਅਵਸਥਾ ਦੇ ਅਨੁਸਾਰ ਸ਼ਲੋਕ ਸਦੀਪ ਸਰੂਪ ਸਜੁਜ ਉਹਦੇ ਭੇਦ ਨੇ। ਜਿਹੜੀ ਤਤ ਦ੍ਰਿਸ਼ਟੀ ਹੈ, ਲਕਸ਼ ਰੂਪ ਹੈ, ਉਹ ਵਾਸਤਵ ਸਰੂਪ ਦੇ ਵਿੱਚ ਹੈ। ਜਿਉਂ ਜਲ ਮੈਂ ਜਲਾਏ ਖਟਾਨਾ ਤਿਉਂ ਜੋਤੀ ਸਿੰਘ ਜੋਤ ਸਮਾਨਾ। ਵੱਡ ਭਾਗੀ ਮੇਰਾ ਪ੍ਰਭ ਮਿਲਾ ਤਾਂ ਉਤਰਾ ਸਭ ਗੋ। ਉਹ ਵਾਹਿਗੁਰੂ ਪਰਮੇਸ਼ਰ ਮਿਲ ਜਾਏ ਤੇ ਜਨਮਾਂ ਜਨਮਾਂ ਦਾ ਜਿਹੜਾ ਵਿਛੜਿਆ ਹੋਇਆ ਹੈ ਤੇ ਉਹਦੇ ਕਰਕੇ ਸੋਗ ਪਏ ਨੇ ਤੇ ਦੁੱਖ ਹੋਏ ਨੇ ਤੇ ਸਭ ਵਿਛੋੜੇ ਜਿਹੜੇ ਨੇ ਉਹ ਦੂਰ ਹੋ ਜਾਂਦੇ, ਉਹਦੇ ਚੋਂ ਭੇਦ ਹੀ ਹੋ ਜਾਂਦਾ ਹੈ। ਨਾਨਕ ਕੋ ਪ੍ਰਭ ਰਾਖ ਲੇਹ ਮੇਰੇ ਸਾਹਿਬ ਬੰਦੀ ਮੋਚ। ਇਸੇ ਤਰ੍ਹਾਂ ਬੇਨਤੀਆਂ ਕਰਨੀਆਂ ਬਣਦੀਆਂ, ਜਿਹਦੇ ਬਹੁਤੇ ਗੁਨਾਹ ਢੇਰਾਂ ਦੇ ਢੇਰ, ਪਹਾੜਾਂ ਦੇ ਪਹਾੜ ਲੱਗੇ ਤੇ ਭੁਗਣੇ। ਨਾਨਕ ਕੋ ਪ੍ਰਭ ਰਾਖ ਲੈ, ਪੜ੍ਹਦੇ ਮੇਰੇ ਸਾਹਿਬ ਬੰਦੀ ਮੋਚ। ਬੰਦੀ ਮੋਚ ਵੀ ਹੋ, ਬੰਧਨਾਂ ਤੋਂ ਵੀ ਛੁਡਾਉਣ ਵਾਲੇ ਹੋ, ਪਤਤ ਪਾਵਨ ਵੀ ਹੋ। ਭਾਈ ਗੁਰਦਾਸ ਨੇ ਲਿਖਿਆ ਵੀ ਠੀਕ ਹੈ, ਭਗਤ ਵਸ਼ਲਤਾ ਹੋਈ ਪਰ ਪਤਤ ਪਾਵਨ ਵੀ ਤੇ ਤੁਹਾਡਾ ਨਾਮ ਹੈ। ਅਜਮਲ ਨੂੰ ਵੀ ਅਜਮਲ ਪਾਪੀ ਜਗ ਜਾਣੇ। ਤੇ ਇਸੇ ਤਰ੍ਹਾਂ ਹੀ ਵੇਸਵਾ ਆਦਿਕ ਜਿਹੜੀਆਂ ਹੋਰ ਨੇ ਉਹਦੀ ਸ਼ਰਨ ਲੈ ਲਈ ਤੇ ਸ਼ਰਨ ਹੁਣ ਰੂਪ ਰੰਗ ਰੇਖ ਤੋਂ ਰਹਿਤ ਜਾਂ ਹੋਰ ਕੋਈ ਭਗਤੀ ਨਹੀਂ ਜਾਂ ਨਿਸ਼ਚੈ ਕੈਸਾ ਵਜੂਗਾ ਜਾਂ ਉੱਧਰ ਲੱਗਾਂਗੇ ਕਿਵੇਂ, ਉਹ ਅੱਗੇ ਦੱਸ ਰਹੇ। ਕਤਕ ਹੋਵਾ ਸਾਧ ਸੰਗ ਬਿਨਸਾ ਸਭੇ ਸੋਚ। ਨਾਨਕ ਕਾ ਪ੍ਰਭ ਰਾਖ ਲੇਹ ਮੇਰੇ ਸਾਹਿਬ ਬੰਦੀ ਮੋਚ। ਉਹ ਬੇਨਤੀਆਂ ਕਰਨੀਆਂ ਸੀ, ਇਹ ਵੀ ਭਗਤੀ ਹੈ, ਸਾਰਿਆਂ ਤੋਂ ਵੱਡੀ ਉਪਾਸਨਾ ਹੈ। ਜਿਸ ਤਰ੍ਹਾਂ ਇੱਕ ਕਾਲ ਕਿਰਪਾਨ ਬਿਨਾ ਬਿਨਤੀ ਸਭ ਤੋਂ ਨ ਕਿਨਹੋ ਨੈ ਕਰ ਜਾਏ। ਕਿ ਬੇਨਤੀਆਂ ਕਰਨੀਆਂ, ਡੰਡੈਤ ਬੰਦਨ ਨਨਕ ਬਾਰ ਸਰਬ ਕਲਾ ਸਮਰਤ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸੁਣਾਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਮਹਾਰਾਜ ਭਗਤੀ ਨਾਲ ਜੋੜ। ਨਾਨਕ ਕੋ ਪ੍ਰਭ ਰਾਖ ਲੈ ਮੇਰੇ ਸਾਹਿਬ ਕਤਕ ਹੋ ਗਏ ਸਾਧ ਸੰਗ। ਜੀ ਇਹ ਫੇਰ ਇੱਛਾ ਵੀ ਹੋ ਗਈ ਤੇ ਇਹ ਸਾਰੇ ਕਰਮ ਕਿਵੇਂ ਮਿਟਣਗੇ? ਜਿਹੜੇ ਐਸੇ ਸਾਧੂ ਨੇ ਜਿਨ੍ਹਾਂ ਨੇ ਮਨ ਤਨ ਨੂੰ ਸਾਧਿਆ ਹੈ, ਗੁਰਸਿੱਖਿਆ ਨੂੰ ਮੰਨਣ ਕੀਤਾ ਹੈ ਤੇ ਜਿਨ੍ਹਾਂ ਨੂੰ ਸਰਗੁਣ ਤੇ ਨਿਰਗੁਣ ਸਾਖਿਆਤ ਰੂਪ ਹੋਇਆ ਹੈ, ਹੋਰ ਕੋਈ ਇੱਛਾ ਨਹੀਂ। ਐਸੇ ਸਾਧੂਆਂ ਦੀ ਸੰਗਤ ਹੋ ਜਾਏ। ਨਾ ਕਤਕ ਹੋਵੇ ਸਾਧ ਸੰਗ ਬਿਨਸੇ ਸਭੇ ਸੋਚ। ਜਿਹੜੇ ਫਿਕਰ ਨੇ ਹੁਣ ਬਣੂ ਕੀ, ਇੱਛਾ ਤਾਂ ਹੋ ਗਈ ਵੀ ਠੀਕ ਹੈ ਵੀ ਕਥਾ ਵਾਰਤਾ ਸੁਣੀ, ਹੁਣ ਮਿਲਾਂਗੇ ਕਿ ਇੰਨੇ ਸਾਡੇ ਪਾਪ ਕੀਤੇ ਹੋਏ ਨੇ, ਇਸ ਤਰ੍ਹਾਂ ਉਧਰ ਨਹੀਂ ਸਕਦੇ ਨਾ। ਉਹ ਸਾਧ ਸੰਗਤ ਦੇ ਵਿੱਚ ਹੋ ਕੇ, ਕਿਉਂਕਿ ਇਕੱਲੇ ਆਦਮੀ ਜਾਂ ਉਹ ਸੰਗਤ ਦੇ ਵਿੱਚ ਤਾਂ ਨਹੀਂ, ਉਹ ਸੰਗਤ ਜਿਹੜੀ ਉੱਥੇ ਕੋਈ ਕਰਮਾਂ ਤੋਂ ਭੱਜੂ, ਉੱਥੇ ਤਾਂ ਹੋਰ ਹੋਣਗੇ, ਹੋਰ ਪਾਪ ਹੋਣਗੇ, ਉਹਨਾਂ ਨੂੰ ਤਾਂ ਪ੍ਰੇਰਨਾ ਹੀ ਹੈ ਉਧਰਲੇ ਪਾਸੇ। ਇਸ ਕਰਕੇ ਗੁਰਮੁਖਾਂ ਦੀ ਜਿਹੜੀ ਸਤਸੰਗਤ ਹੈ, ਚਾਹੇ ਉਹਨਾਂ ਦੇ ਵੀ ਦਰਜੇ ਨੇ, ਜਿਵੇਂ ਕਾਂਖੀ ਇੱਕ ਹੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰ। ਇਹ ਨਹੀਂ ਵੀ ਪੂਰਨ ਹੀ ਹੋ, ਕੁਰੈਤਾਂ ਤੋਂ ਬਚੇ ਹੋਏ ਹੋ ਔਰ ਨਾਮ ਸਿਮਰਨ ਭਜਨ ਬੰਦਗੀ ਕਰਦੇ ਹੋਣ। ਜੇ ਕੋਈ ਪੁੱਲ ਤੇ ਉਹਦੀ ਸੁਧਾਈ ਹੋ ਜਾਏ ਤੇ ਫਿਰ ਭਾਈ ਉਹਨਾਂ ਦੇ ਵਿੱਚ ਮਿਲ ਕੇ ਵੀ ਕਰੋ। ਤੇ ਜਿਹੜਾ ਐਸਾ ਹੋ ਜਾਏ ਸਾਖਿਆਤ ਵਾਲਾ, ਉਹਦਾ ਤਾਂ ਕਹਿਣਾ ਹੀ ਕੀ ਹੈ। ਕਤਕ ਹੋਵੇ ਸਾਧ ਸੰਗ, ਫਿਰ ਸਾਰੇ ਜਿੰਨੇ ਹੀ ਫਿਕਰ ਹੈ ਉਹ ਪਾਪਾਂ ਤੋਂ ਹਟ ਗਿਆ। ਸੰਗਤ ਦੇ ਵਿੱਚ ਆ ਕੇ ਜੇ ਕੋਈ ਗਲਤੀ ਹੁੰਦੀ ਉਹਦੀ ਭੁੱਲ ਬਖਸ਼ਿਆ ਲਈ ਚਾਰ ਬਰਤਿਆਰ ਹੋ ਕੇ ਤੇ ਫਿਰ ਲੱਗ ਗਿਆ। ਤੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੈ ਕਿ ਜਿਹੜਾ ਕੋਈ ਭਾਈ ਅੰਮ੍ਰਿਤ ਛਕ ਕੇ, ਠੀਕ ਹੈ ਪੂਰਨ ਪਦ ਵੀ ਪਰਮੇਸ਼ਰ ਦੀ ਸਾਖਿਆਤ ਤੋਂ ਬਹੁਤ ਔਰ ਭੇਟਾ ਦਾ ਦਰਜਾ ਉੱਚਾ ਹੈ, ਉਹਨੂੰ ਅਸੀਂ ਨਰਕਾਂ ਦੇ ਵਿੱਚ ਨਹੀਂ ਪੈਣ ਦਿਆਂਗੇ। ਜੇ ਉਹਦੀ ਇੱਛਾ ਹੋਈ ਕਿ ਮੈਂ ਵੱਡਾ ਮਹਾਤਮਾ ਜੇ ਹੋਰ ਕਰਾਂਗੀ, ਉਹਨੂੰ ਫਿਰ ਗੁਰਸਿੱਖਾਂ ਦੇ ਘਰ ਹੀ ਜਨਮ ਦਿਆਂਗੇ। ਪਰ ਕੁਰੈਤਾਂ ਤੋਂ ਬਚਿਆ ਹੋਵੇ,
ਸੋ ਐਸੇ ਗੁਰਮੁਖਾਂ ਦੀ ਜਿਹੜੀ ਸਾਧ ਸੰਗਤ ਹੈ ਉਹਦੇ ਵਿੱਚ ਫਿਰ ਸਾਰੇ ਫਿਕਰ ਦੂਰ ਹੋ ਜਾਂਦੇ, ਚਿੰਤਾ ਨਹੀਂ ਹੁੰਦੀ ਕਿਸੇ ਤਰ੍ਹਾਂ ਦੀ ਵੀ, ਕਿਉਂਕਿ ਸਾਧ ਸੰਗਤ ਦੇ ਵਿੱਚ ਰਹਿੰਦਾ ਕਿ ਬਿਲਕੁਲ ਹੀ ਤਿਆਗ ਹੋ ਜਾਏ, ਕਿਸੇ ਤਰ੍ਹਾਂ ਦਾ ਵੀ ਹੋ ਜਾਏ, ਤੇ ਉੱਥੇ ਆਪਣੇ ਭਾਈ ਕੋਈ ਫਿਕਰ ਨਹੀਂ ਹੈ ਖਾਣ ਪੀਣ ਦਾ ਵੀ, ਸੇਵਾ ਕਰੋ, ਉਧਰ ਹੱਟ ਧਰਮ ਦੀ ਕਿਰਤ ਕਰੋ, ਪਤੀ ਸਤੀ ਰਹੋ। ਕਰਨਾ ਸੁਨੇ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪ ਇਸ ਤੋਂ ਬੰਦਾ। ਇਹਨਾਂ ਨੂੰ ਕਰਾਂਗੇ, ਸਾਰੀਆਂ ਚੀਜ਼ਾਂ ਨੂੰ ਕੰਨਾਂ ਨੂੰ ਬਚਾਵਾਂਗੇ, ਬੋਲਣ ਤੋਂ ਰੱਖਾਂਗੇ, ਅੱਖਾਂ ਤੋਂ ਦੇਖਾਂਗੇ, ਤੇ ਮਨ ਨੂੰ ਵੀ ਕੋਸ਼ਿਸ਼ ਕਰਦਿਆਂ ਜਿਹੜੇ ਫਰਜ਼ ਹੈ, ਤੇ ਆਪ ਹੀ ਵਾਹਿਗੁਰੂ ਪਰਮੇਸ਼ਰ ਹੌਲੀ ਹੌਲੀ ਉਧਰ ਪਾਪਾਂ ਤੋਂ ਬਚ ਜਾਂਦਾ ਹੈ, ਤੇ ਹੋਰ ਅੱਗੇ ਨੂੰ ਕੋਈ ਹੁੰਦੇ ਨਹੀਂ। ਤੇ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਫਿਰ ਅੱਗੇ ਜਿਵੇਂ ਜਿਵੇਂ ਪਦਵੀਆਂ ਉੱਥੇ ਗੁਰੂ ਮਹਾਰਾਜ ਚਰਨਾਂ ਜਾਂ ਨੇੜੇ ਤੇੜੇ ਜਾਂ ਹੋਰ ਚੀਜ਼ ਪਹੁੰਚ ਜਾਂਦਾ ਹੈ। ਇਸ ਤਰ੍ਹਾਂ ਕਤਕ ਹੋ ਗਏ ਸਾਧ ਸੰਗਤ, ਇਹ ਸਾਧ ਸੰਗਤ ਦਾ ਦਰਜਾ ਹੈ। ਸਾਧ ਸੰਗਤ ਜਿਹੜੀ ਹੈ ਗੁਰੂ ਦੇ ਬਚਨਾਂ ਨੂੰ ਕਮਾ ਕੇ ਬਣੀ ਹੈ, ਸਾਧੂ ਬਣੇ ਹੈ। ਤੇ ਗੁਰੂ ਜਿਹੜੇ ਨੇ ਉਹ ਕਹਿੰਦੇ ਨੇ ਵੀ ਇਹ ਪਰਮੇਸ਼ਰ ਦੇ ਉਪਦੇਸ਼ ਨੇ, ਜਿਹੜੇ ਪਰਮੇਸ਼ਰ ਦੇ ਉਪਦੇਸ਼ ਨੇ ਉਹਨਾਂ ਨੂੰ ਅਸੀਂ ਮੰਨਾਂਗੇ, ਤੇ ਉਹ ਵਾਹਿਗੁਰੂ ਪਰਮੇਸ਼ਰ ਆਪਣੇ ਦੇ ਵਿੱਚ ਹੀ ਅਭੇਦ ਕਰ ਲੈਂਦਾ ਹੈ, ਇੱਕ ਰੂਪ ਕਰ ਲੈਂਦਾ ਹੈ। ਇਹ ਬਾਣੀ ਮਹਾਪੁਰਖ ਕੀ ਨਹੀਂ ਕਰਵਾਸਾ, ਇਹ ਅਕਾਲ ਪੁਰਖ ਸਾਹਿਬ ਦੀ ਬਾਣੀ ਹੈ। ਜਿਹੜੇ ਉਹਦੀ ਸਿੱਖਿਆ ਨੂੰ ਮੰਨਾਂਗੇ ਜਾਂ ਸ਼ਬਦ ਦੀ ਕਮਾਈ ਕਰਾਂਗੇ, ਉਹ ਧਰਮ ਕਰਮ ਕਰਾਂਗੇ, ਤੇ ਸਭ ਜਿਤਨੇ ਵੀ ਹੈ ਫਿਕਰ ਜਿਹੜੇ ਨੇ ਉਹ ਦੂਰ ਹੋ ਜਾਣਗੇ। ਬਿਨਸਾ ਸਭੇ ਸੋਚ, ਨਾ ਹੁੰਦਾ ਫਿਕਰ ਦਾ, ਚਿੰਤਾ ਦਾ ਵੀ ਹੁਣ ਕੀ ਹੋਊਗਾ। ਤੇ ਆਪਣੇ ਉਹ ਜਿਹਨਾਂ ਨੂੰ ਫਿਰ ਭਾਈ ਜਾਪ ਕਰਦੇ ਆ, ਸਿਮਰਨ ਕਰਦੇ ਆ, ਕਿਰਤ ਕਰਦੇ ਆ, ਉਹਨਾਂ ਨੂੰ ਆਨੰਦ ਵੀ ਆਉਣ ਲੱਗ ਪਏ, ਜਾਂ ਸੁੱਖ ਜਾਂ ਬੈਠੇ, ਜਾਂ ਜਿੰਨਾ ਚਿਰ ਮਨ ਟਿਕੂਗਾ ਉਹਨਾਂ ਚਿਰ ਹੌਲੀ ਹੌਲੀ ਫਿਰ ਉਹ ਸੁੱਖ ਵੀ ਹੋਊਗਾ। ਸਿਮਰੋ ਸਿਮਰ ਸਿਮਰ ਸੁੱਖ ਪਾਓ, ਉਹ ਅਸਲੀ ਸੁੱਖ ਹੈ। ਵੱਡਾ ਵੱਡਾ ਅੱਗੇ ਫਿਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਵੱਧਦਾ ਜਾਊਗਾ। ਸੋ ਸਮਾਂ ਸੰਪੂਰਨ ਹੋਇਆ, ਕੁਛ ਵੱਡੀ ਹੋ ਗਿਆ ਦੋਸਤੋ। ਭੁੱਲ ਚੁੱਕ ਦੀ ਖਿਮਾ ਕਰਨੀ, ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਵੀ ਚੰਗੇ ਕੰਮ ਕਰੀਏ, ਮਾੜੇ ਕੰਮ ਨਾ ਕਰੀਏ। ਰੀਦਾ ਜਿਨੀ ਕਮੀ ਨਾਹੀ ਗੁਣ, ਤੇ ਕਮਰੇ ਵਿਸਾਰ ਮਤ ਸ਼ਰਮਿੰਦਾ ਥੀਵੀ ਸਾਈਂ ਦੇ ਦਰਬਾਰ। ਉਹ ਵਾਹਿਗੁਰੂ ਪਰਮੇਸ਼ਰ ਦੇ ਇਹ ਸਾਧ ਸੰਗਤ ਚੰਗੇ ਗੁਰਮੁਖਾਂ ਦੀ ਕਰੀਏ, ਤੇ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਲਈਏ, ਕਿਰਪਾ ਕਰਨ, ਉਹਨਾਂ ਉਪਦੇਸ਼ਾਂ ਨੂੰ ਕਮਾਉਣ ਦਾ ਬਲ ਬਖਸ਼ਣ, ਤੇ ਜੇ ਕੋਈ ਭੁੱਲ ਹੋ ਜਾਏ ਉਹਦੀ ਸਦਾਈ ਕਰਾ ਲਈਏ। ਸੋ ਆਪ ਸੰਗਤਾਂ ਦੇ ਦਰਸ਼ਨਾਂ ਦੇ ਪ੍ਰਤਾਪ ਕਰਕੇ ਇਹ ਸਭ ਕਥਾ ਵਿਚਾਰ ਹੋਈ ਹੈ। ਭੁੱਲਾਂ ਚੁੱਕਾਂ ਦੀ ਖਿਮੇ ਕਰਨੀ, ਮੰਨਣ ਦਾ ਬਲ ਬਖਸ਼ਣਾ। ਨਾਨਕ ਕਾ ਪ੍ਰਭ ਰਾਖ ਲੇਹੇ, ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵਾ ਸਾਧ ਸੰਗ, ਬਿਨਸਾ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ